ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਲੁਧਿਆਣਾ ਵਿਖੇ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ। ਸਿੱਧੀ ਅਦਾਇਗੀ ਦੇ ਨਿਯਮ ਦਾ ਕੀਤਾ ਵਿਰੋਧ। ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦੇ ਅੰਤਿਮ ਪਾਠ 'ਚ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਮੀਡੀਆ ਨਾਲ ਕੀਤੀ ਗੱਲਬਾਤ। ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ 'ਚ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ। ਗੱਡੀਆਂ ਖੜੇ ਕਰਨ ਵਾਲੀ ਥਾਂ ਤੇ ਕੂੜੇ ਨੂੰ ਲਾਈ ਅੱਗ। 2 ਗੱਡੀਆਂ ਦਾ ਹੋਇਆ ਵੱਡਾ ਨੁਕਸਾਨ। ਲੁਧਿਆਣਾ ਵਿਖੇ ਨਵੇਂ ਸੈਸ਼ਨ ਤੋਂ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ। ਪ੍ਰਸ਼ਾਸਨ ਤੇ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੇ ਲਾਏ ਇਲਜ਼ਾਮ। ਕਿਹਾ ਸਰਕਾਰ ਬੱਚਿਆਂ ਦੀ ਜ਼ਿੰਦਗੀ ਨਾਲ ਕਰ ਰਹੀ ਖਿਲਵਾੜ। ਰਾਏਕੋਟ ਦੇ ਪਿੰਡ 'ਚ ਕੁਸ਼ਤੀ ਮੁਕਾਬਲੇ ਦਾ ਆਯੋਜਨ। ਪਹਿਲਵਾਨਾਂ ਨੇ ਦਿਖਾਇਆ ਆਪਣਾ ਦਮਖਮ। ਵੱਡੀ ਗਿਣਤੀ 'ਚ ਨਾਮਵਰ ਪਹਿਲਵਾਨਾਂ ਨੇ ਕੀਤੀ ਸ਼ਿਰਕਤ। ਸਿਆਸੀ ਆਗੂ ਵੀ ਰਹੇ ਮੌਜੂਦ। ਸ਼ੀਤਲਾ ਮਾਤਾ ਮੰਦਿਰ 'ਚ ਚੇਤ ਮੇਲੇ ਦਾ ਆਯੋਜਨ। ਬਹੁ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ। ਸ਼ਰਧਾਲੂਆਂ ਨੇ ਚੜਾਇਆ ਰੋਡ ਤੇ ਕੱਚੀ ਲੱਸੀ ਦਾ ਪ੍ਰਸ਼ਾਦ। ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਲੱਗੇ ਲਾਕਡਾਊਨ 'ਚ ਸਰਕਾਰ ਨੇ ਲੋਕਾਂ ਤੋਂ ਪੈਸਾ ਤਾਂ ਕਮਾਇਆ ਤੇ ਰਾਹਤ ਕੋਈ ਨਹੀਂ ਦਿੱਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਧੀ ਅਦਾਇਗੀ ਨਿਯਮ ਦਾ ਵਿਰੋਧ ਕਰਦਾ ਹੈ ਤੇ ਬਿਕਰਮ ਸਿੰਘ ਮਜੀਠੀਆ ਲੁਧਿਆਣਾ ਵਿਖੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦੇ ਅੰਤਿਮ ਪਾਠ 'ਚ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ। ਇਸ ਦੇ ਨਾਲ ਹੀ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਵੀ ਮੌਜੂਦ ਰਹੇ। ਕੈਪਟਨ ਅਮਰਿੰਦਰ ਸਿੰਘ ਨੂੰ 2.5 ਸਾਲ ਹੋ ਗਏ ਆਪਦੇ ਦਫ਼ਤਰ ਗਿਆ। ਜਿਸ ਮੁੱਖ ਮੰਤਰੀ ਨੂੰ ਪੰਜਾਬ ਦੇ ਕੈਪਟਨ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਅਸਲੀ ਹਾਲਾਤ ਨਹੀਂ ਪਤਾ, ਹਾਊ ਇਜ਼ ਅ ਲਾਕਡਾਊਨ ਪੋਸੀਬਲ? ਇੰਡਸਟਰੀ ਤੁਹਾਡੀ ਚੱਲ ਰਹੀ ਆ, ਕੱਲਾ ਫਾਰਮ ਹਾਊਸ ਚੋਂ ਇੱਕ ਆਰਡਰ ਫਰਮਾਨ ਕੱਢ ਦੇਣਾ, ਉਹਦੇ ਨਾਲ ਤਾਂ ਕੋਈ ਅਸਰ ਗਰਾਊਂਡ 'ਚ ਨਹੀਂ ਪੈਣਾ। ਦੂਜੀ ਗੱਲ, ਲਾਕਡਾਊਨ ਤੁਸੀਂ ਕਹਿ ਦਿੰਦੇ ਹੋ, ਜੋ ਇਕਨੋਮਿਕ ਸੱਟ ਲੱਗੀ ਆ, ਜਿਹੜਾ ਗਰੀਬ ਆ ਜਿਹਦੇ ਘਰ 2 ਵਕਤ ਦੀ ਰੋਟੀ ਨਹੀਂ ਮਿਲ ਰਹੀ, ਜਿਹਨੂੰ ਜਾਇ ਨੌਕਰੀ ਕਰੂਗਾ ਤੇ ਉਹਨੂੰ ਤਨਖਾਹ ਮਿਲੂਗੀ, ਜਿਹਨੂੰ ਪਹਿਲਾਂ ਵੀ ਸਾਲ ਪਰ ਤਨਖਾਹ ਦੀ ਮਾਰ ਪਈ, ਉਹਦੇ ਲਈ ਕੀ ਪੈਕੇਜ ਦਿੱਤਾ? ਪੈਕੇਜ ਜ਼ੀਰੋ। ਇਲੈਕਟ੍ਰਿਸਿਟੀ ਦੇ ਰੇਟ ਵਧਾਤੇ, ਡੀਜ਼ਲ ਪੈਟਰੋਲ ਤੇ ਵੈਟ ਕਲੈਕਸ਼ਨ ਵਧਾਤੀ। ਹਰ ਜਗ੍ਹਾ ਜਿੱਥੋਂ ਸਰਕਾਰ ਕਮਾਈ ਕਰ ਸਕਦੀ ਸੀ, ਲਾਕਡਾਊਨ ਵੇਲੇ ਵੀ ਆ ਚਲਾਨ ਕੱਟੀ ਜਾਂਦੇ ਆ ਪੁਲਿਸ ਵਾਲੇ, ਮਗਰ ਰਾਹਤ ਕੋਈ ਨਹੀਂ ਦਿੱਤੀ। ਇਹੀ ਮੈਂ ਤਦੇ ਬਾਰ-ਬਾਰ ਕਹਿ ਰਿਹਾ ਕਿ ਇਹ ਲੋਕਾਂ ਦੀ ਸਰਕਾਰ ਨਹੀਂ, ਇਹ ਧੱਕੇਸ਼ਾਹੀ ਦੀ ਸਰਕਾਰ ਹੈ। ਇਹ ਬਗੈਰ ਸੋਚੇ ਸਮਝਣ ਵਾਲੀ ਚੱਲਣ ਵਾਲੀ ਸਰਕਾਰ ਹੈ, ਜਿਹਦੇ ਕਰਕੇ ਲੋਕ ਤੇ ਸਰਕਾਰਾਂ ਦਾ ਗੈਪ ਵੱਧਦਾ ਹੀ ਤੁਰਿਆ ਜਾ ਰਿਹਾ ਹੈ। ਕੋਈ ਡਿਸਕਨੈਕਟ ਹੈ ਟੋਟਲ। ਮਜੀਠੀਆ ਸਾਹਿਬ, ਪਿਊਸ਼ ਗੋਇਲ ਨੇ ਚਿੱਠੀ ਲਿਖੀ ਹੈ ਸੂਬਾ ਸਰਕਾਰ ਨੂੰ ਕਿ ਜਿਹੜਾ ਕਿਸਾਨਾਂ ਦੀ ਕਣਕ ਦੀ ਅਦਾਇਗੀ ਹੈ ਉਹ ਸਿੱਧੀ ਕਿਸਾਨਾਂ ਦੇ ਖਾਤੇ ਜਾਊਗੀ, ਆੜ੍ਹਤੀਆਂ ਦੇ ਖਾਤੇ ਹੀ ਨਹੀਂ ਜਾਊਗੀ। ਅਕਾਲੀ ਦਲ ਕਿਵੇਂ ਦੇਖਦਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਦੇ ਵਿਰੋਧ 'ਚ ਹੈ ਔਰ ਇਹ ਪਹਿਲਾਂ ਵੀ ਹੋਇਆ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਮੈਨੂੰ ਯਾਦ ਹੈ, ਦਿੱਲੀ 'ਚ ਉਹਨਾਂ ਦੀ ਕੇਂਦਰ ਦੀ ਸਰਕਾਰ ਸੀ, ਪੰਜਾਬ 'ਚ ਬਾਦਲ ਸਾਹਿਬ ਦੀ ਸਰਕਾਰ ਸੀ। ਉਦੋਂ ਵੀ ਇੱਕ ਵਾਰੀ ਕਾਂਗਰਸ ਨੇ ਧੱਕੇ ਨਾਲ ਇਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹੜਾ ਹੈ, ਇਹ ਪਹਿਲਾਂ ਦਾ ਹੀ ਸਕੀਮ ਚੱਲ ਰਹੀ ਹੈ, ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਬੀਜੇਪੀ ਨੇ ਇਸ ਗੱਲ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦਾ ਕਰ ਰਹੀ ਹੈ। ਉਸ ਵੇਲੇ ਵੀ ਕੈਬਨਿਟ ਦੇ ਅੰਦਰ ਵੀ ਔਰ ਪੰਜਾਬ ਵਿਧਾਨ ਸਭਾ 'ਚ ਵੀ ਬਾਦਲ ਸਾਹਿਬ ਨੇ ਫੈਸਲਾ ਕੀਤਾ ਕਿ ਫਸਲ ਦਾ ਅਸਲੀ ਮਾਲਕ ਕੌਣ? ਕਿਸਾਨ, ਖੇਤ ਮਜ਼ਦੂਰ। ਇਹ ਉਹਦੀ ਮਰਜ਼ੀ ਆ ਕਿ ਉਹਨੇ ਪੈਸੇ ਡਾਇਰੈਕਟਲੀ ਲੈਣੇ ਆ ਕਿ ਆੜ੍ਹਤੀਏ ਦੇ ਥਰੂ ਲੈਣੇ ਆ। ਅਸੀਂ ਨਹੀਂ ਇਹ ਗੱਲ ਨੂੰ ਫੋਰਸ ਕਰ ਸਕਦੇ ਕਿਉਂਕਿ ਉਹ ਮਾਲਕ ਹੈ ਇਸ ਫਸਲ ਦਾ। ਔਰ ਉਸ ਵੇਲੇ ਅਖੀਰ 'ਚ ਡਾਕਟਰ ਮਨਮੋਹਨ ਸਿੰਘ ਨੂੰ ਮਨਾ ਕੇ ਉਹਨਾਂ ਨੂੰ ਆਪ ਦਾ ਉਹ ਫੈਸਲਾ ਵਾਪਸ ਕਰਾਇਆ ਔਰ ਉਹ ਫੇਰ ਸਕੀਮ ਉਹੀ ਚੱਲਦੀ ਰਹੀ, ਜਿਹਦੇ ਨਾਲ APMC ਮੰਡੀਆਂ ਐਕਟ ਲਾਗੂ ਰਿਹਾ ਤੇ ਮੰਡੀਆਂ ਬਚੀ ਰਹੀਆਂ। ਅੱਜ ਫੇਰ ਕੀ ਹੋ ਰਿਹਾ? ਅੱਜ ਉਹੀ ਕੁਝ ਫੇਰ ਕੇਂਦਰ ਦੀ ਸਰਕਾਰ ਲਾਗੂ ਕਰ ਰਹੀ ਹੈ, ਮਗਰ ਕੈਪਟਨ ਅਮਰਿੰਦਰ ਸਿੰਘ ਦੀ ਇਹਦੇ 'ਚ ਮਿਲੀ ਭੁਗਤ ਸਾਹਮਣੇ ਨਜ਼ਰ ਆ ਰਹੀ ਹੈ। ਕੈਪਟਨ ਸਾਹਿਬ ਦਿੱਲੀ ਕਦੋਂ ਗਏ ਜੀ ਮਿਲਾਉਣ ਵਾਸਤੇ? ਸਾਡੇ ਵੇਲੇ ਵੀ ਕਾਂਗਰਸ ਦੀ ਸਰਕਾਰ ਸੀ, ਅਸੀਂ ਆਪੋਜੀਸ਼ਨ ਪਾਰਟੀ 'ਚ ਸਾਂ, ਮਗਰ ਬਾਦਲ ਸਾਹਿਬ ਨੇ ਆਪਣੇ ਗੁੱਡ ਆਫਿਸਿਸ ਵਰਤ ਕੇ ਇੱਕ ਵਾਰੀ ਨਹੀਂ 10-15 ਵਾਰੀ ਦਿੱਲੀ ਜਾ ਕੇ ਅਖੀਰ 'ਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਮਨਾਇਆ ਇਸ ਗੱਲ ਤੇ। ਅੱਜ ਕੈਪਟਨ ਅਮਰਿੰਦਰ ਸਿੰਘ ਤਾਂ ਫਾਰਮ ਹਾਊਸ ਤੋਂ ਹੀ ਨਹੀਂ ਨਿਕਲ ਰਹੇ। ਕਿਸਾਨ ਆਪੇ ਭੁਗਤੀ ਜਾਣ। ਅੰਦਰ ਕਿਉਂ ਨਹੀਂ ਨਿਕਲ ਰਹੇ?
ਇਹਦਾ ਕਾਰਨ ਇਹ ਹੈ ਕਿ ਅੰਦਰ ਮਿਲੀ ਭੁਗਤ ਹੈ, ਗੱਠਜੋੜ ਹੈ। ਲੁਧਿਆਣਾ ਦੇ ਫਿਰੋਜ਼ਗੰਜ ਦੀ ਮਾਰਕੀਟ ਦੇ ਵਿੱਚ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸੜਕ ਕਿਨਾਰੇ ਖੜੀਆਂ ਦੋ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਨਗਰ ਨਿਗਮ ਦੀ ਲਾਪਰਵਾਹੀ ਦੇ ਨਾਲ ਵਾਪਰਿਆ। ਨਗਰ ਨਿਗਮ ਕਰਮਚਾਰੀਆਂ ਦੇ ਵੱਲੋਂ ਕੂੜੇ ਨੂੰ ਉਸ ਥਾਂ ਤੇ ਅੱਗ ਲਗਾਈ ਗਈ ਸੀ ਜਿਸ ਕਾਰਨ ਨਜ਼ਦੀਕ ਖੜੀਆਂ ਗੱਡੀਆਂ ਨੇ ਅੱਗ ਫੜ ਲਈ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਤੇ ਗਨੀਮਤ ਰਹੀ ਹੈ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਨਾਬ ਆਪਾਂ ਜੌਬ ਤੇ ਸੀਗੇ ਉੱਪਰ ਆਪਣੇ ਫਲੋਰ ਤੇ ਉੱਥੋਂ ਥੱਲੋਂ ਮਤਲਬ ਸਾਨੂੰ ਫੋਨ ਆਇਆ ਵੀ ਗੱਡੀਆਂ 'ਚ ਅੱਗ ਲੱਗ ਗਈ। ਅਸੀਂ ਭੱਜੇ ਆਏ ਆ ਇੱਥੇ ਤੇ ਪਹਿਲਾਂ ਕਹਿੰਦੇ ਵੀ ਸਵਿਫਟ ਗੱਡੀ ਜੈ ਤੇ ਉੱਥੇ ਮੈਂ ਆ ਕੇ ਦੇਖਿਆ ਜਦੋਂ ਮੌਕੇ ਤੇ ਮੇਰੀ ਗੱਡੀ ਵੀ ਟੋਟਲ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਹਾਲ ਕੀ ਹੈਗਾ। ਤੇ ਇਹ ਅੱਗ ਕਾਰਨ ਕੀ ਹੈ? ਇੱਥੇ ਕੂੜੇ ਨੂੰ ਅੱਗ ਲਾਈ ਹੈ ਜੀ। ਚੰਗਾ ਭਲਾ ਇਹਨਾਂ ਨੂੰ ਪਤਾ ਵੀ ਇੱਥੇ ਗੱਡੀਆਂ ਖੜਦੀਆਂ ਨੇ 37 ਸਵੇਰੇ ਵੀ ਅਗਰ ਤੁਸੀਂ ਇਹਨਾਂ ਨੂੰ ਸਾਫ਼ ਕਰਨਾ ਕੁਝ ਕਰਨਾ ਤੁਸੀਂ ਸ਼ਾਮ ਨੂੰ ਲਾਓ ਜਿਹੜੇ ਵੇਲੇ ਇੱਥੇ ਕੁਝ ਹੈ ਨਹੀਂਗਾ। ਆ ਤੁਹਾਡੇ ਸਾਹਮਣੇ ਆ ਕਾਰਪੋਰੇਸ਼ਨ ਨੇ ਇੱਥੇ ਤੱਕ ਕੂੜੇ ਚੱਕ ਲਾਈ ਹੋਈ ਹੈ। ਜਿਹਦਾ ਅੱਗ ਲੱਗੀ ਹੈ ਕਿਹੜੀ ਗੱਡੀ ਸੀ ਇਹ? ਸੈਂਟਰੋ 2020 ਦੋ ਤਿੰਨ ਮਹੀਨੇ ਪਹਿਲਾਂ ਨਵੀਂ ਕਢਾਈ ਗੱਡੀ। ਨਵੀਂ ਕਢਾਈ ਹੈ? ਨਵੀਂ ਕਢਾਈ ਮਹੀਨੇ ਪਹਿਲਾਂ ਲਈ ਹੈ ਜੀ। ਇਹ ਤਾਂ ਹੈ ਸਨੋਰਸ ਵਗੈਰਾ ਹੈਗੀ ਗੱਡੀ ਦੀ? ਇੰਸ਼ੋਰੈਂਸ ਵਗੈਰਾ ਤਾਂ ਹੈਗੀ ਹੈ ਜੀ ਗੱਡੀ ਦੀ। ਇਹਦੇ ਕੋਈ ਡਾਕੂਮੈਂਟ ਕੋਈ ਜ਼ਰੂਰਤੀ ਕੋਈ ਕਾਗਜ਼ ਕਰਨੀ ਤੁਹਾਡੀ? ਨਹੀਂ ਉਹ ਕੱਢ ਲਏ ਬਾਹਰ ਕੱਢ ਲਏ ਡਾਕੂਮੈਂਟ। ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਕਿਸੇ ਨੇ ਕੂੜੇ ਨੂੰ ਅੱਗ ਲਗਾਈ ਸੀ ਤੇ ਇੱਥੇ ਕਾਰਾਂ ਖੜੀਆਂ ਸੀਗੀਆਂ ਤੇ ਉਹ ਅੱਗ ਹਵਾ ਦੇ ਵਹਾਅ ਨਾਲ ਕਾਰਾਂ ਨੂੰ ਅੱਗ ਪੈ ਗਈ ਹੈ ਤੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਨੇ, ਨੁਕਸਾਨ ਹੋਇਆ ਕਾਫੀ। ਤੇ ਸਰ ਕਿੰਨੀਆਂ ਗੱਡੀਆਂ ਲਗਭਗ? ਇੱਥੇ ਜੀ 4 ਗੱਡੀਆਂ ਖੜੀਆਂ ਸੀਗੀਆਂ, 2 ਗੱਡੀਆਂ ਨੂੰ ਅੱਗ ਲੱਗ ਗਿਆ, 2 ਗੱਡੀਆਂ ਬਚਾ ਲਈਆਂ ਗਈਆਂ ਨੇ। ਤੇ ਸਰ ਕਿੱਦਾਂ ਦੇਖਿਆ ਜਾਵੇ ਕਿੰਨੀਆਂ ਗੱਡੀਆਂ ਆਈਆਂ ਅੱਗ ਦੇ ਸਾਈਡ ਦੀਆਂ ਗੱਡੀਆਂ ਕਿੰਨੀਆਂ ਅੱਗ ਦੀਆਂ ਕਿੰਨੀਆਂ ਗੱਡੀਆਂ ਆਈਆਂ ਬਚਾਉਣ? ਇੱਥੇ 2 ਗੱਡੀਆਂ ਆਈਆਂ ਨੇ ਜੀ ਫਾਇਰ ਬ੍ਰਿਗੇਡ ਦੀਆਂ। ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ? ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ, ਗੱਡੀਆਂ ਦਾ ਨੁਕਸਾਨ ਹੋਇਆ। ਸੋ ਦੇਖਿਆ ਜਾਵੇ ਕਿੰਨੂੰ ਜ਼ਿੰਮੇਵਾਰ ਸਮਝਦੇ ਜਿੱਤੇ ਨਗਰ ਨਿਗਮ ਨੂੰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਦੱਸਦੇ? ਨਹੀਂ ਬੇਸਿਕਲੀ ਗੱਲ ਇਹ ਹੈਗਾ ਤਾਂ ਕੂੜਾ ਡੰਪ ਹੈ, ਇੱਥੇ ਗੱਡੀਆਂ ਪਾਰਕ ਕਰਨੀਆਂ ਵੀ ਸਹੀ ਨਹੀਂ ਹੈ ਤੇ ਬਾਕੀ ਇੱਥੇ ਇਹ ਵੀ ਕਨਫਰਮ ਨਹੀਂ ਹੈ ਵੀ ਅੱਗ ਲਗਾਈ ਕਿਹਨੇ। ਲੁਧਿਆਣਾ ਵਿਖੇ ਨਿੱਜੀ ਸਕੂਲ ਐਸੋਸੀਏਸ਼ਨ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ, ਅਧਿਆਪਕ, ਡਰਾਈਵਰਾਂ ਤੇ ਨਾਨ ਟੀਚਿੰਗ ਸਟਾਫ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਸਕੂਲ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸ਼ਰਾਬ ਦੇ ਠੇਕੇ, ਰੈਸਟੋਰੈਂਟ, ਮੋਲ ਤੇ ਸਭ ਕੁਝ ਖੁੱਲਿਆ ਜਾ ਸਕਦਾ ਹੈ ਤਾਂ ਫਿਰ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਰਹੇ। ਉਹਨਾਂ ਕਿਹਾ ਕਿ ਸਿਰਫ ਸਕੂਲਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਬੰਦ ਕਰਨਾ ਕੋਈ ਪੱਕਾ ਹੱਲ ਨਹੀਂ ਹੈ। ਉਹਨਾਂ ਕਿਹਾ ਕਿ ਸਕੂਲ ਬੰਦ ਹੋਣ ਦੇ ਕਾਰਨ ਸਕੂਲ ਦੇ ਸਟਾਫ ਦੇ ਨਾਲ ਬੱਚਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ। ਸਾਲ 2020 ਤੋਂ ਮਹਾਮਾਰੀ ਕਰੋਨਾ ਦਾ ਕਰੋਪ ਲਗਾਤਾਰ ਜਾਰੀ ਹੈ। ਮਾਰਚ 2021 ਹੋ ਗਿਆ, 1 ਸਾਲ ਦਾ ਸਮਾਂ ਬੀਤ ਚੁੱਕਿਆ। ਕਈਆਂ ਦੇ ਕਾਰੋਬਾਰ ਬੰਦ ਹੋਏ, ਕਈਆਂ ਦਾ ਰੋਜ਼ਗਾਰ ਗਿਆ, ਲੇਕਿਨ ਲਗਾਤਾਰ ਮਹਾਮਾਰੀ ਕਰੋਨਾ ਜਾਰੀ ਹੈ। ਹਲੇ ਵੀ ਜਿਹੜਾ ਕਹਿਰ ਆ ਦੂਜੀ ਲਹਿਰ ਦੇ ਵਿੱਚ ਵੀ ਕਈ ਜਿਹੜੇ ਮਰੀਜ਼ ਸਾਹਮਣੇ ਆਏ ਆ, ਕਈਆਂ ਦੀ ਜਾਨ ਗਵਾਉਣੀ ਪਈ ਹੈ, ਲੇਕਿਨ ਕਈਆਂ ਦੇ ਕਾਰੋਬਾਰ ਬੰਦ ਹੋਏ ਨੇ। ਇਸੇ ਸਿਲਸਿਲੇ ਦੌਰਾਨ ਸਰਕਾਰ ਵੱਲੋਂ ਸਕੂਲ ਵੀ ਜਿਹੜੇ ਬੰਦ ਕੀਤੇ ਗਏ ਸੀਗੇ। ਲਗਾਤਾਰ ਪਿਛਲਾ 1 ਸਾਲ ਹੋ ਗਿਆ ਸਕੂਲ ਬੰਦ ਨੇ, ਆਨਲਾਈਨ ਜਿਹੜੀ ਪੜ੍ਹਾਈ ਹੋ ਰਹੀ ਆ, ਲੇਕਿਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਇਹ ਟੀਚਰ ਸੀਗੇ ਜਾਂ ਉੱਥੇ ਦੇ ਇਹ ਹੋਰ ਵਰਕਰ ਸੀਗੇ, ਉਹਨਾਂ ਨੂੰ ਵੀ ਆਪਣੀਆਂ ਜਿਹੜੀਆਂ ਨੌਕਰੀਆਂ ਗਵਾਉਣੀਆਂ ਪਈਆਂ। ਕਈਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਹੁਣ ਫਿਰ ਮਾਰਚ ਸ਼ੁਰੂ ਆ, ਅਗਲਾ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋਣਾ, ਲੇਕਿਨ ਸਕੂਲ ਬੰਦ ਨੇ, ਜਿਸ ਕਰਕੇ ਅੱਜ ਜਿਹੜੇ ਹੈਗੇ ਇਹ ਸਕੂਲ ਜਿਹੜੇ ਨਿੱਜੀ ਸਕੂਲ ਨੇ, ਪ੍ਰਾਈਵੇਟ ਸਕੂਲਾਂ ਦੇ ਟੀਚਰ, ਪ੍ਰਿੰਸੀਪਲ, ਉੱਥੇ ਕੰਮ ਕਰਨ ਵਾਲੇ ਹੋਰ ਵਰਕਰ, ਨਾਨ ਟੀਚਿੰਗ ਸਟਾਫ ਅੱਜ ਡੀਸੀ ਦਫ਼ਤਰ ਦੇ ਬਾਹਰ ਆਇਆ। ਉਹਨਾਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਕਾਰਨ ਪੁੱਛਦੇ ਆ, ਉਹਨਾਂ ਦੀ ਇੱਕੋ ਡਿਮਾਂਡ ਆ ਸਕੂਲ ਖੋਲ੍ਹੇ ਜਾਣ, ਜਿੱਥੇ ਕਿ ਸਰਕਾਰ ਵੱਲੋਂ ਬੱਚਿਆਂ ਦੇ ਬਚਾਅ ਲਈ ਜਿਹੜੇ ਸਕੂਲ ਬੰਦ ਕੀਤੇ ਗਏ ਤਾਂ ਕਰੋਨਾ ਤੋਂ ਬਚਿਆ ਜਾ ਸਕੇ। ਗੱਲ ਕਰਾਂਗੇ, ਮੈਡਮ ਕੀ ਕਹਿਣਾ ਚਾਹੁੰਦੇ ਹੋ? ਸਰ ਕੀ ਕਹਿਣਾ ਚਾਹੁੰਦੇ ਹੋ? ਅੱਜ ਦਾ ਜਿਹੜਾ ਹੈਗਾ ਟਾਈਮ ਇੱਕ ਬੜਾ ਅਨਸਰਟਨ ਬਣ ਗਿਆ ਹੈ ਲੋਕਾਂ ਨੂੰ, ਕਿਉਂ ਪਿਛਲੇ ਐਗਜ਼ਾਮਪਲ ਤੋਂ ਅਸੀਂ ਜੋ ਦੇਖਿਆ ਆ, ਇੱਕ ਬੜੀ ਅਨਸਰਟਨਟੀ ਸਾਡੀ ਕਮਿਊਨਿਟੀ 'ਚ ਹੋ ਗਈ ਹੈ, ਸਕੂਲ ਕਮਿਊਨਿਟੀ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਹਰ ਇੱਕ ਨੂੰ ਇਹ ਲੱਗਣ ਲੱਗ ਗਿਆ ਵੀ ਸਕੂਲਸ ਨੂੰ ਟਾਰਗੇਟ ਕੀਤਾ ਜਾ ਰਿਹਾ। ਚਾਹੇ ਉਹ ਕਰੋਨਾ ਕੇਸਿਸ ਦੇ ਵਿੱਚ ਸੀਗੇ, ਮੈਂ ਅੱਗੇ ਵੀ ਕਿਹਾ, ਜੇ 2000 ਦੇ ਵਿੱਚੋਂ ਜੇ 5 ਟੀਚਰ ਆ ਵੀ ਗਏ, ਫਿਰ ਟੀਚਰਾਂ ਹੀ ਨੂੰ ਕਿਉਂ ਹੀ ਹਾਈਲਾਈਟ ਕੀਤਾ ਗਿਆ, ਕੱਲੇ ਟੀਚਰ ਦਾ ਸਕੂਲ ਦਾ ਨਾਂ ਲੈ ਕੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ, ਜਿਹੜਾ ਕਿ ਨਹੀਂ ਕਰਨਾ ਚਾਹੀਦਾ ਸੀਗਾ, ਕਿਉਂਕਿ ਉਹਦੇ ਨਾਲ ਇੱਕ ਨੈਗੇਟਿਵਿਟੀ ਗਈ ਹੈ ਕਿ ਟੀਚਰ ਉਸ ਸਮਾਜ ਦਾ ਹਿੱਸਾ ਨਹੀਂ ਹੈਗੇ। ਜੇ ਟੀਚਰਸ ਨੂੰ ਉਹ ਵੀ ਗਏ ਪੋਜ਼ਿਟਿਵ, ਅਸਿਮਟੋਮੈਟਿਕ ਵੀ ਨਿਕਲੇ ਨੇ, ਅਗਲੇ ਨੇ ਟ੍ਰੀਟਮੈਂਟ ਕਰਾਇਆ, ਕੋਈ ਫੇਟਲ ਕੇਸ ਤਾਂ ਕੋਈ ਵੀ ਟੀਚਰ ਦਾ ਨਹੀਂ ਆਇਆ। ਦੂਸਰੀ ਗੱਲ ਇਹ ਹੈ, ਸਾਨੂੰ ਇਹਦਾ ਸੋਲੂਸ਼ਨ ਲੱਭਣਾ ਹੈ। ਇਹ ਕੋਈ ਸ਼ਾਰਟ ਟਰਮ ਨਹੀਂ ਹੈਗਾ ਵੀ ਲਾਕਡਾਊਨ ਲਾ ਦਿਓ ਤਾਂ ਇੱਕ ਤੁਸੀਂ ਆਪਣੀ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਮਝਦੀ ਹੈ ਵੀ ਅਸੀਂ ਲਾਕਡਾਊਨ ਲਗਾ ਦਿੱਤਾ ਤਾਂ ਅਸੀਂ ਸੋਲੂਸ਼ਨ ਦੇ ਦਿੱਤਾ। ਇਹ ਕੋਈ ਸੋਲੂਸ਼ਨ ਥੋੜੀ ਨਾ ਲਾਕਡਾਊਨ। ਸਾਨੂੰ ਉਸ ਚੀਜ਼ ਦੇ ਨਾਲ ਨਾ ਕਰੋਨਾ ਇੱਕ ਦਿਨ 'ਚ ਆਇਆ, ਨਾ ਇੱਕ ਦਿਨ 'ਚ ਜਾਣਾ ਆ। ਸਾਨੂੰ ਬੱਚਿਆਂ ਨੂੰ, ਸਮਾਜ ਨੂੰ ਸਿਖਾਉਣਾ ਪਏਗਾ ਵੀ ਇਹਦੇ ਨਾਲ ਕਿਵੇਂ ਰਹਿਣਾ ਹੈ।
ਹੁਣ ਸਾਨੂੰ ਇਹਨਾਂ ਬਿਮਾਰੀਆਂ ਦੇ ਨਾਲ ਰਹਿਣਾ ਸਿੱਖਣਾ ਪਏਗਾ। ਅਲਟੀਮੇਟਲੀ ਵਾਇਰਸਿਸ ਨੇ, ਅੱਜ ਇੱਕ ਟਾਈਪ ਦਾ ਵਾਇਰਸ ਆਇਆ, ਕੱਲ ਨੂੰ ਹੋਰ ਕਿਸੇ ਟਾਈਪ ਦਾ ਵਾਇਰਸ ਆਏਗਾ। ਹਰ ਇੱਕ ਦਾ ਆਪੋ ਆਪਣਾ ਇੱਕ ਸਿਸਟਮ ਹੈ। ਸਾਨੂੰ ਉਸ ਸਿਸਟਮ ਦੇ ਵਿੱਚ ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਟ੍ਰੇਨ ਕਰਾਂਗੇ ਉਦੋਂ ਤੱਕ ਤੁਹਾਡੇ ਕੋਲ ਰਿਜ਼ਲਟਸ ਨਹੀਂ ਆਣਗੇ। ਇਹਦਾ ਟੈਂਪਰੇਰੀ ਸੋਲੂਸ਼ਨ ਹੈ, ਲਾਕਡਾਊਨ ਲਗਾ ਦਿਓ, ਬੰਦ ਕਰ ਦਿਓ ਤੇ ਠੀਕ। ਤੁਹਾਡੇ ਵੱਲੋਂ ਜਿਹੜਾ ਬੱਚਿਆਂ ਤੋਂ ਮਾਂ-ਬਾਪ ਤੋਂ ਕੰਸੈਂਟ ਲਈ ਜਾ ਰਹੀ ਹੈ, ਜੇ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਚੱਕੋਗੇ ਬੱਚਿਆਂ ਦੀ, ਜੇ ਕਿਸੇ ਨੂੰ ਕਰੋਨਾ ਸਰ ਅਸੀਂ ਇੱਕ ਬੱਚੇ ਨੂੰ ਅਸੀਂ ਟ੍ਰੇਨ ਕਰਾਂਗੇ, ਸਾਡੇ ਨਾਲ ਇੱਕ ਟੱਬਰ ਟ੍ਰੇਨ ਹੋਏਗਾ ਉਹਦੇ ਪਿੱਛੇ ਵੀ ਕਿਵੇਂ ਰਹਿਣਾ, ਕਿਉਂਕਿ ਬੱਚੇ ਜੋ ਟੀਚਰ ਕਹਿੰਦੇ ਨੇ ਬੱਚਿਆਂ ਲਈ ਉਹੀ ਸਹੀ ਮੰਨਿਆ ਜਾਂਦਾ ਹੈ। ਟੀਚਰ ਨੂੰ ਕਦੀ ਬੱਚਾ ਗਲਤ ਨਹੀਂ ਕਹਿੰਦਾ, ਉਹ ਹਮੇਸ਼ਾ ਕਹਿੰਦਾ ਵੀ ਮੇਰਾ ਟੀਚਰ ਸਹੀ ਕਹਿ ਰਿਹਾ। ਜੇ ਅਸੀਂ ਬੱਚਿਆਂ ਨੂੰ ਸਕੂਲਾਂ 'ਚ ਟ੍ਰੇਨ ਕਰਾਂਗੇ ਸਰ, ਆਪਣੇ ਆਪ ਤੁਹਾਡਾ ਸਮਾਜ ਟ੍ਰੇਨ ਹੋਏਗਾ। ਖੋਲ੍ਹੇ ਗਏ ਬਹੁਤ ਕੇਸ ਸਾਹਮਣੇ ਆਏ ਸਰਕਾਰ ਵੱਲੋਂ, ਫਿਰ ਇਸ ਕਰਕੇ ਦੁਬਾਰਾ ਸਕੂਲ ਬੰਦ ਕਰਨੇ ਪਏ। ਲੱਗਦਾ ਹੈਗਾ ਵੀ ਜਿਹੜਾ ਸਕੂਲਾਂ 'ਚ ਕੇਸ ਨਹੀਂ ਸੀ ਆਏ, ਇਹ ਜਦੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਖੋਲ੍ਹਿਆ ਸੀਗਾ ਉਦੋਂ ਮੈਰਿਜਸ ਦੇ ਉੱਤੇ ਕਿਸੇ ਨੇ ਚੈੱਕ ਨਹੀਂ ਕੀਤਾ। ਲੁਧਿਆਣਾ ਦੇ ਨਿੱਜੀ ਸਕੂਲ ਦੇ ਸਟਾਫ ਦੇ ਵੱਲੋਂ ਫੁੱਲਾਂਵਾਲੇ ਰੋਡ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸਕੂਲ ਸਟਾਫ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਨਵੇਂ ਸੈਸ਼ਨ ਤੋਂ ਸਕੂਲਾਂ ਨੂੰ ਖੋਲ੍ਹ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਆਪਣੇ ਪ੍ਰੋਗਰਾਮ ਤਾਂ ਕਰ ਰਹੀ ਹੈ ਅਤੇ ਸਿਆਸਤਦਾਨਾਂ ਦੇ ਵੱਲੋਂ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਤੇ ਫਿਰ ਸਕੂਲਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਕੂਲ ਵਿਆਹ ਸ਼ਾਦੀਆਂ ਦੇ ਪੈਲਸਾਂ ਦੇ ਨਾਲੋਂ ਕਿਤੇ ਵੱਡੇ ਨੇ ਤੇ ਸੁਰੱਖਿਅਤ ਨੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਸਕੂਲ ਜਲਦ ਤੋਂ ਜਲਦ ਖੋਲ੍ਹ ਦਿੱਤੇ ਜਾਣ। ਮੇਰਾ ਨਾਮ ਡਾਕਟਰ ਨੀਤੂ ਸ਼ਰਮਾ ਹੈ। ਆਮ ਪ੍ਰਿੰਸੀਪਲ ਆਫ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ। ਸਰ ਅੱਜ ਅਸੀਂ ਸਾਰੇ ਇੱਥੇ ਫੁੱਲਾਂਵਾਲ ਚੌਕ ਦੇ ਵਿੱਚ ਇਕੱਠੇ ਹੋਏ ਹਾਂ। ਸਰਕਾਰ ਦੀ ਨੀਤੀ ਜਿਹੜੀ ਸਕੂਲ ਬੰਦ ਕਰਨ ਦੀ ਹੈ ਉਹਦੇ ਖਿਲਾਫ, ਉਹਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਲਈ। ਕੀ ਮੰਗ ਕਰਦੇ ਸਰ ਅਸੀਂ ਮੰਗ ਕਰਦੇ ਹਾਂ ਕਿ ਸਕੂਲ ਜੋ ਹੈ ਖੋਲ੍ਹੇ ਜਾਣ। ਜਿਵੇਂ ਕਿ ਨਵਾਂ ਸੈਸ਼ਨ ਜੋ ਹੈ ਗਵਰਨਮੈਂਟ ਨੇ ਡਿਕਲੇਅਰ ਕੀਤਾ ਹੈ ਕਿ ਕੱਲ੍ਹ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ, ਤਾਂ 1 ਅਪ੍ਰੈਲ ਤੋਂ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਉਹ ਆਨਲਾਈਨ ਨਾ ਹੋ ਕੇ ਆਫਲਾਈਨ ਹੋਵੇ। ਸਾਰੇ ਬੱਚੇ ਜਿਹੜੇ ਆਪਣੀ ਆਪਣੀ ਕਲਾਸਿਸ ਦੇ ਵਿੱਚ ਬੈਠ ਕੇ ਟੀਚਰਸ ਦੇ ਕੋਲ ਜਿਹੜੀ ਹੈ ਫਿਜ਼ੀਕਲ ਐਜੂਕੇਸ਼ਨ ਜਿਹੜੀ ਉਹ ਪ੍ਰੋਵਾਈਡ ਕਰ ਸਕਣ। ਸਰਕਾਰ ਤੁਹਾਡੀ ਮੰਗ ਪੂਰੀ ਕਰੇਗੀ? ਸਰ ਸਰਕਾਰ ਨੂੰ ਮੰਗ ਪੂਰੀ ਕਰਨੀ ਹੀ ਪੈਣੀ ਹੈ, ਕਿਉਂਕਿ ਕਿਸਾਨ ਜਿਵੇਂ ਬੈਠੇ ਹੋਏ ਨੇ ਉਸ ਤਰ੍ਹਾਂ ਅਸੀਂ ਵੀ ਫਿਰ ਸੜਕਾਂ ਦੇ ਉੱਤੇ ਬੈਠਾਂਗੇ। ਸਾਰਾ ਕੁਝ ਚੱਲ ਰਿਹਾ ਹੈ, ਸਾਰਾ ਮਤਲਬ ਆਪਣੇ ਗਵਰਨਮੈਂਟ ਸਾਰੇ ਫੰਕਸ਼ਨਸ ਪਰਫਾਰਮ ਕਰ ਰਹੀ ਹੈ, ਆਪਣੇ ਫੈਮਲੀਜ਼ ਦੇ ਫੰਕਸ਼ਨ ਵੀ ਕਰ ਰਹੀ ਹੈ, ਰੈਲੀਜ਼ ਵੀ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਕਰੋਨਾ ਦਾ ਕੋਈ ਡਰ ਨਹੀਂ ਹੈ। ਪਰ ਬੱਚੇ ਜੇਕਰ ਸਕੂਲ ਦੇ ਵਿੱਚ ਆਣਗੇ ਤਾਂ ਉਹਨਾਂ ਨੂੰ ਕਰੋਨਾ ਹੋ ਜਾएगा। मेरा नाम पूजा वर्मा है, मैं मैनेजर हूँ स्कूल में, श्री गुरु हरगोबिंद पब्लिक स्कूल ठक्करवार। तो आज की क्या है? आज हमने रोज़ प्रदर्शन किया है गवर्नमेंट के सामने कि स्कूल खोले जाएं। जैसे कि उन्होंने ठेके जो हैं बिल्कुल बंद नहीं किए, उसमें कोरोना नहीं है, लेकिन स्कूल को निशाना बना दिया है कि उसमें कोरोना है। इसलिए हमने उनके आगे यही मांग रखी है कि जैसे सब कुछ चल रहा है उसी तरह स्कूल को भी वर्किंग आवर्स में लिया जाए, ऑनलाइन ना होकर पढ़ाई सारी ऑफलाइन दी जाए। मेन तो मोटिव यही है कि बच्चों का फ्यूचर ना खराब करें। लगता है कोरोना बच्चे काफ़ी स्कूलों में भी आए हैं कोरोना लैके, कितना क्या कितने गए? हमारी भी टेस्टिंग हुई है, हमारी तो कोई कोरोना रिपोर्ट पॉजिटिव नहीं आई। चालें चली जा सकती हैं सर, रिपोर्ट तो कभी भी बदली जा सकती है। ਲੁਧਿਆਣਾ ਵਿਖੇ ਹਿੰਦੂ ਨਿਆਂ ਪੀਠ ਦੇ ਵੱਲੋਂ ਪ੍ਰਵੀਨ ਡਾਂਗ ਦੀ ਅਗਵਾਈ ਹੇਠ ਦੀਵਾਨ ਟੋਡਰਮਲ ਰਸੋਈ ਤੋਂ ਸਮਾਜ ਲਈ ਸੇਵਾਵਾਂ ਦੇ ਰਹੇ ਰਮਨਜੀਤ ਲਾਲੀ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪ੍ਰਵੀਨ ਡਾਂਗ ਨੇ ਕਿਹਾ ਕਿ ਰਮਨਜੀਤ ਲਾਲੀ ਦੀ ਸਮਾਜ ਦੇ ਲਈ ਕੀਤੀ ਗਈ ਸੇਵਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਦੀਵਾਨ ਟੋਡਰਮਲ ਦੀ ਰਸੋਈ ਦੇ ਜ਼ਰੀਏ ਅਗਸਤ 2020 ਤੋਂ ਲੋਕਾਂ ਨੂੰ ਭੋਜਨ ਦੀ ਥਾਲੀ ਉਪਲਬਧ ਕਰਵਾ ਕੇ ਰਮਨਜੀਤ ਲਾਲੀ ਮਾਨਵ ਸੇਵਾ ਦੇ ਲਈ ਇੱਕ ਮਿਸਾਲ ਬਣ ਚੁੱਕੇ ਨੇ। ਰਮਨਜੀਤ ਲਾਲੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ, ਦਲਿਤਾਂ ਲਈ, ਪੀੜਤਾਂ ਲਈ, ਸ਼ੋਸ਼ਿਤਾਂ ਲਈ, ਸਮਾਜ ਦੇ ਹਰ ਵਰਗ ਲਈ ਪੀੜਾ ਮਨ 'ਚ ਲੈ ਕੇ ਉਹਨਾਂ ਲਈ ਸੰਘਰਸ਼ ਕਰਦੇ ਨੇ। ਔਰ ਇਹਨਾਂ ਦੇ ਸੰਘਰਸ਼ ਦਾ ਜਿਹੜਾ ਸਭ ਤੋਂ ਵੱਡਾ ਰੂਪ ਹੈ, ਲੁਧਿਆਣਾ ਸ਼ਹਿਰ ਲਈ ਮਾਨ ਸਨਮਾਨ ਦਾ ਵਿਸ਼ੇ ਹੈ। ਜਲੰਧਰ ਬਾਈਪਾਸ ਵਿਖੇ ਜਿਹੜਾ ਡਾਕਟਰ BR ਅੰਬੇਦਕਰ ਭਵਨ ਨਿਰਮਿਤ ਹੋਇਆ, ਇਹਨਾਂ ਦੀ ਸਮੁੱਚੀ ਟੀਮ ਦੇ ਸੰਘਰਸ਼ ਔਰ ਤਿਆਗ ਸਦਕਾ ਅੱਜ ਉਹ ਸੇਵਾਵਾਂ ਦੇ ਬਦਲੇ ਅਸੀਂ ਆਪਣੀ ਮੁੱਢਲੀ ਜ਼ਿੰਮੇਵਾਰੀ ਸਮਝੀ ਔਰ ਇਹਨਾਂ ਨੂੰ ਅਸੀਂ ਅੱਜ ਕਰਮ ਯੋਧਾ ਅਵਾਰਡ ਦੇ ਨਾਲ ਦੀਵਾਨ ਟੋਡਰਮਲ ਸੇਵਾ ਰਸੋਈ ਦੇ ਵਿੱਚ ਸਨਮਾਨਿਤ ਕੀਤਾ ਔਰ ਇਹਨਾਂ ਨੂੰ ਯਕੀਨ ਦਿਵਾਇਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਥੀਆਂ ਨਾਲ ਸਮਾਜ ਦੇ ਪ੍ਰਤੀ ਜਿਹੜਾ ਵੀ ਇਹ ਭਲਾਈ ਲਈ ਸੰਘਰਸ਼ ਛੇੜਨਗੇ ਉਹਦੇ 'ਚ ਸਾਡੀ ਸਮੁੱਚੀ ਟੀਮ ਤਨ ਮਨ ਧਨ ਦੇ ਨਾਲ ਇਹਨਾਂ ਦੇ ਨਾਲ ਸਹਿਯੋਗੀ ਬਣ ਕੇ ਕੰਮ ਕਰੂਗੀ। ਸਾਡੇ ਸਤਿਕਾਰਯੋਗ ਸ਼ਹਿਰ ਦੀ ਬਹੁਤ ਹੀ ਪ੍ਰਮੁੱਖ ਸ਼ਖਸੀਅਤ ਪ੍ਰਵੀਨ ਡੰਗ ਜੀ ਔਰ ਉਹਨਾਂ ਦੀ ਸਮੁੱਚੀ ਜਿਹੜੀ ਹਿੰਦੂ ਨਿਆਂ ਪੀਠ ਦੀ ਟੀਮ, ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹੀ ਸੀ ਕਿ ਤੁਸੀਂ ਰਸੋਈ ਦੇ ਵਿੱਚ ਵੀ ਆਓ, ਦੇਖੋ ਅਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਗਰੀਬ ਗੁਰਬੇ ਲੋਕਾਂ ਵਾਸਤੇ ਬਹੁਤ ਸਸਤਾ ਜਿਹੜਾ ਹੈਗਾ ਭੋਜਨ ਉਪਲਬਧ ਕਰਾ ਰਹੇ ਔਰ ਦੇਖ ਕੇ ਜਾਇਓ। ਅਸੀਂ ਦੇਖਣਾ ਵੀ ਚਾਹੁੰਦੇ ਸੀ, ਲੇਕਿਨ ਨਾਲ ਦੀ ਨਾਲ ਅੱਜ ਕੱਲ੍ਹ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਇਹ ਮੇਰਾ ਸਤਿਕਾਰ ਵੀ ਕਰਨਾ ਚਾਹੁੰਦੇ ਆ ਕਿ ਜੋ ਤੁਹਾਡੀਆਂ
ਸ਼ਹਿਰ ਪ੍ਰਤੀ ਜਾਂ ਸਮਾਜ ਪ੍ਰਤੀ ਸੇਵਾਵਾਂ ਵਾ, ਅਸੀਂ ਉਸ ਤੋਂ ਬੜਾ ਪ੍ਰਭਾਵਿਤ ਹੋਏ ਹਾਂ। ਇਸ ਕਰਕੇ ਅੱਜ ਇਹਨਾਂ ਨੇ ਮੈਨੂੰ ਜੋ ਕਰਮ ਯੋਧਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ, ਤਾਂ ਮੈਂ ਆਪਣੇ ਵੱਲੋਂ, ਸਮੁੱਚੀ ਮੇਰੀ ਟੀਮ ਵੱਲੋਂ, ਮੈਂ ਆਪਣੇ ਸਮਾਜ ਵੱਲੋਂ ਸਮੂਹਿਕ ਤੌਰ ਤੇ ਇਹਨਾਂ ਸਾਰਿਆਂ ਦਾ, ਖਾਸ ਕਰਕੇ ਪ੍ਰਵੀਨ ਡੰਗ ਜੀ, ਉਹਨਾਂ ਦੀ ਕਮੇਟੀ ਦੇ ਅਹੁਦੇਦਾਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਰਾਏਕੋਟ ਦੇ ਪਿੰਡ ਪੈਣੀ ਦਰੇੜਾ ਵਿਖੇ ਕੁਸ਼ਤੀ ਦੰਗਲ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਬਹੁਗਿਣਤੀ 'ਚ ਨਾਮਵਰ ਪਹਿਲਵਾਨਾਂ ਨੇ ਆਪਣਾ ਦਮਖਮ ਦਿਖਾਇਆ। ਦੱਸ ਦਈਏ ਕਿ ਇਹ ਮੁਕਾਬਲਾ ਬਾਬਾ ਸਿੱਧ ਪੋਹੀ ਜੀ ਦੀ ਯਾਦ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ। ਇਸ ਦੌਰਾਨ ਕਈ ਨਾਮਵਰ ਸ਼ਖਸੀਅਤਾਂ ਤੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਹੈ। ਹਰ ਸਾਲ ਆਪਣੇ ਭੈਣੀ ਦਰੇੜਾ ਬਾਬਾ ਜੀ ਦਾ ਸਾਲਾਨਾ ਸਮਾਗਮ ਹੁੰਦਾ ਆ। ਸਿਰਫ ਨਗਰ ਭੈਣੀ ਦਰੇੜਾ ਤੋਂ ਹੀ ਨਹੀਂ, ਸਾਰੇ ਆਸ-ਪਾਸ ਦੇ ਪਿੰਡਾਂ ਤੋਂ, ਪੂਰੇ ਹਲਕੇ ਤੋਂ ਲੋਕ ਇੱਥੇ ਆਉਂਦੇ ਆ। ਬਹੁਤ ਮਾਨਤਾ ਆ ਇਸ ਸਥਾਨ ਦੀ, ਇਤਿਹਾਸਿਕ ਸਥਾਨ ਆ। ਜੋ ਲੋਕ ਸੁੱਖ ਕੇ ਜਾਂਦੇ ਆ ਉਹਨਾਂ ਨੂੰ ਜ਼ਰੂਰ ਮਿਲਦਾ ਆ। ਤੇ ਬਹੁਤ ਚੰਗੇ ਢੰਗ ਨਾਲ ਪਿੰਡ ਦੇ ਲੋਕ, ਆਪਣੀ ਜਿਹੜੀ ਕਮੇਟੀ ਆ, ਹਰ ਸਾਲ ਫੰਕਸ਼ਨ ਕਰਦੀ ਆ। ਬਾਬਾ ਜੀ ਦਾ ਤਾਂ ਫੰਕਸ਼ਨ ਹੁੰਦਾ ਹੀ ਆ ਉਹਨਾਂ ਦੇ ਥਾਂ 'ਤੇ, ਪਰ ਉਹਦੇ ਬਾਅਦ ਇਹ ਬਾਕੀ ਸੱਭਿਆਚਾਰਕ ਪ੍ਰੋਗਰਾਮ, ਕੁਸ਼ਤੀ, ਬਾਕੀ ਫੰਕਸ਼ਨ ਵੀ ਰੱਖੇ ਜਾਂਦੇ ਆ ਤੇ ਬਹੁਤ ਚੰਗੇ ਢੰਗ ਨਾਲ ਇਸ ਸਾਲ ਕੀਤਾ ਜਾ ਰਿਹਾ। ਅੱਜ ਪਿੰਡ ਭੈਣੀ ਦਰੇੜਾ ਤਹਿਸੀਲ ਰੈਕੋਰਡ ਜ਼ਿਲ੍ਹਾ ਲੁਧਿਆਣਾ 'ਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਬਾਬਾ ਸਿੱਧ ਭੋਈ ਜੀ ਦੀ ਯਾਦ ਵਿੱਚ ਜੋ ਢਾਲੀਵਾਲ ਗੋਤ ਦੇ ਪਰਿਵਾਰ ਨੇ ਉਹ ਮਨਾਉਂਦੇ ਆ। ਉਹਦੇ ਸੰਬੰਧ ਵਿੱਚ ਅੱਜ ਪਹਿਲਾਂ ਸਾਡੇ ਨਗਰ ਅੰਦਰ 25 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਢਾਡੀ ਦਰਬਾਰ ਹੋਇਆ। ਉਸ ਤੋਂ ਬਾਅਦ ਅੱਜ ਮਹਾਂਪੁਰਸ਼ਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਸੁਬਾਹ ਤੋਂ ਸੰਗਤਾਂ ਨੇ ਬਾਬਾ ਸਿੱਧ ਭੋਈ ਦੇ ਸਥਾਨਾਂ ਤੇ ਮਿੱਟੀ ਕੱਢ ਕੇ ਆਪਣੀ ਹਾਜ਼ਰੀ ਲਵਾਈ। ਲੁਧਿਆਣਾ ਦੇ ਸ਼ੀਤਲਾ ਮਾਤਾ ਮੰਦਿਰ ਵਿਖੇ ਚੇਤ ਮਹੀਨੇ ਦੇ ਮੇਲੇ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਦੂਰ ਦੁਰੇਡੇ ਤੋਂ ਬਹੁ ਗਿਣਤੀ ਦੇ ਵਿੱਚ ਸ਼ਰਧਾਲੂ ਆ ਕੇ ਨਤਮਸਤਕ ਹੋਏ। ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਹੋਲੀ ਤੋਂ ਬਾਅਦ ਪਹਿਲੇ ਮੰਗਲਵਾਰ ਨੂੰ ਇਸ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਸ਼ਰਧਾਲੂ ਆ ਕੇ ਮਿੱਠੀ ਰੋਟੀ ਤੇ ਕੱਚੀ ਲੱਸੀ ਚੜਾਉਂਦੇ ਨੇ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਮਹਾਮਾਈ ਦੇ ਦਰਬਾਰ ਤੇ ਚੇਤ ਮਹੀਨੇ ਦੇ ਮੇਲੇ, ਜੋ ਕਿ ਹਰ ਸਾਲ ਹੋਲੀ ਤੋਂ ਬਾਅਦ ਜੋ ਪਹਿਲਾ ਮੰਗਲਵਾਰ ਆਉਂਦਾ ਹੈ, ਉਸ ਦੇ ਉੱਤੇ ਸ਼ੁਰੂ ਹੁੰਦੇ ਨੇ। ਅੱਜ ਲੱਖਾਂ ਦੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਜੋ ਭਗਤਜਨ ਨੇ ਉਹ ਆਉਂਦੇ ਨੇ ਔਰ ਕੱਚੀ ਲੱਸੀ ਤੇ ਮਿੱਠੀ ਰੋਟੀ ਦਾ ਪ੍ਰਸ਼ਾਦ ਚੜਾ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ ਔਰ ਆਪਣੇ ਪਰਿਵਾਰ ਦੀ ਤੰਦਰੁਸਤੀ ਔਰ ਬੱਚਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਨ। ਅੱਜ ਅਸੀਂ ਸਾਰਿਆਂ ਨੇ ਮਿਲ ਕੇ ਆਪਣੇ ਪਰਿਵਾਰਾਂ ਦੇ ਲਈ ਸੁੱਖ, ਸ਼ਾਂਤੀ ਔਰ ਸਵਸਥ ਦਾ ਮੰਗਿਆ ਹੈ। ਉਸ ਦੇ ਨਾਲ ਨਾਲ ਮਹਾਮਾਈ ਅੱਗੇ ਬੇਨਤੀ ਕੀਤੀ ਹੈ ਕਿ ਮਹਾਮਾਈ ਜੋ ਮਹਾਮਾਰੀ ਪਿਛਲੇ ਸਾਲ ਜਿਸ ਦੇ ਵੀ ਸਾਰੇ ਕਾਫੀ ਪਰਿਵਾਰ ਸਫਰ ਕੀਤੇ ਨੇ, ਉਸ ਮਹਾਮਾਰੀ ਤੋਂ ਸਾਨੂੰ ਸਭ ਨੂੰ ਬਚਾ ਕੇ ਰੱਖੀ ਔਰ ਸਾਰੇ ਸੰਸਾਰ ਦੇ ਵਿੱਚ, ਸਾਰੇ ਹੀ ਵਿਸ਼ਵ ਦੇ ਵਿੱਚ ਖੁਸ਼ੀਆਂ ਤੇ ਤੰਦਰੁਸਤੀ ਬਖਸ਼ੇ। ਲੁਧਿਆਣਾ ਵਿਖੇ ਡਾਈਟ ਵੈਲ ਹੈਲਥ ਅਵੇਅਰਨੈਸ ਕਲੱਬ ਦੇ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਸ ਸੰਸਥਾ ਦੇ ਵੱਲੋਂ ਵਿਦਿਆ ਕੁੰਜ ਤੇ ਮਾਡਲ ਟਾਊਨ ਦੇ ਇਲਾਕਿਆਂ ਦੇ ਵਿੱਚ ਗਰੀਬ ਬੱਚਿਆਂ ਨੂੰ ਕਿਤਾਬਾਂ ਤੇ ਫਲ ਵੰਡੇ ਗਏ ਨੇ। ਡਾਈਟੀਸ਼ੀਅਨ ਸੋਨੀਆ ਕੋਚਰ ਨੇ ਇਸ ਮੌਕੇ ਕਿਹਾ ਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚੇ ਪੜ੍ਹਨ ਲਿਖਣ ਤੇ ਅੱਗੇ ਵਧਣ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਬੱਚੇ ਆਪਣੀ ਸਿਹਤ ਦਾ ਧਿਆਨ ਰੱਖਣ। ਅੱਜ ਅਸੀਂ ਡਾਈਟ ਵੈਲ ਹੈਲਥ ਅਵੇਅਰਨੈਸ ਕਲੱਬ ਦੀ ਤਰਫ ਤੋਂ ਇੱਧਰ ਵਿਦਿਆ ਕੁੰਜ ਆਏ ਹਾਂ, ਮਾਡਲ ਟਾਊਨ ਸਲਮ ਏਰੀਆਜ਼ ਦੇ ਸਟੂਡੈਂਟਸ ਨੂੰ ਡੋਨੇਸ਼ਨ ਦੇਣ ਵਾਸਤੇ, ਜਿਹਦੇ ਵਿੱਚ ਅਸੀਂ ਨੋਟਬੁੱਕਸ, ਸਟੇਸ਼ਨਰੀ ਤੇ ਫਰੂਟਸ ਬੱਚਿਆਂ ਨੂੰ ਡੋਨੇਟ ਕੀਤੇ ਹੈ। ਅਰਾਊਂਡ 40 ਸਟੂਡੈਂਟਸ ਹੈ ਇੱਥੇ ਤੇ ਅਸੀਂ ਹੋਪ ਕਰਦੇ ਹਾਂ ਕਿ ਇਹ ਬੱਚੇ ਪੜ੍ਹਨ ਲਿਖਣ, ਅੱਗੇ ਵਧਣ, ਸਮਾਜ ਦਾ ਨਾਮ ਰੋਸ਼ਨ ਕਰਨ ਤੇ ਆਪਣੀ ਸਿਹਤ ਦਾ ਧਿਆਨ ਰੱਖਣ। ਬਾਕੀ ਜਿਹੜੀ ਜਨਤਾ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਤਾਂ ਕਿ ਉਹ ਜਿਹੜੀ ਲੋਕ ਕਰਨ ਤਾਂ ਕਿ ਹਾਂਜੀ ਕਾਫੀ ਟੈਲੈਂਟ ਹੁੰਦਾ ਬੱਚਿਆਂ ਦੇ ਕਿੱਥੇ ਧਿਆਨ ਦੇ। ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਕਵਾਂਗੇ ਕਿ ਅੱਗੇ ਵਧ ਕੇ ਹਰ ਇਨਸਾਨ ਇੱਕ ਬੱਚਾ, ਗਰੀਬ ਬੱਚੇ ਨੂੰ ਅਡਾਪਟ ਕਰੇ ਤਾਂ ਕਿ ਉਹ ਅੱਗੇ ਪੜ੍ਹ ਸਕਣ। ਬੀਤੇ ਦਿਨੀ ਲੁਧਿਆਣਾ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਅੰਤਿਮ ਸ਼ਾਂਤੀ ਦੇ ਲਈ ਰੱਖੇ ਗਏ ਪਾਠ ਦੇ ਭੋਗ ਦੇ ਵਿੱਚ ਕਈ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਜਿੱਥੇ ਹਾਕਮ ਸਿੰਘ ਗਿਆਸਪੁਰਾ ਦੇ ਲੁਧਿਆਣਾ ਦੀ ਸਿਆਸਤ ਦੇ ਵਿੱਚ ਦਿੱਤੇ ਗਏ ਯੋਗਦਾਨ ਨੂੰ ਯਾਦ ਕੀਤਾ, ਉੱਥੇ ਹੀ ਇਸ ਦੌਰਾਨ ਉਹਨਾਂ ਭਾਜਪਾ, ਆਪ ਤੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਤਿੰਨੋਂ ਪਾਰਟੀਆਂ ਰਲ ਕੇ ਮੈਚ ਖੇਡ ਰਹੀਆਂ ਨੇ ਤੇ ਸਮਾਂ ਆਉਣ ਤੇ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ। ਦੇਖੋ, ਸਰਦਾਰ ਹਾਕਮ ਸਿੰਘ ਜੀ ਗਿਆਸਪੁਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬਹੁਤ ਹੀ ਸੀਨੀਅਰ, ਜੁਝਾਰੂ, ਹਿੰਮਤੀ ਕਾਰਕੁਨ ਸਨ। ਇਸ
ਲੁਧਿਆਣਾ ਸ਼ਹਿਰ ਜਿਹਨੂੰ ਮੈਂ ਮਿਨੀ ਇੰਡੀਆ ਕਹਿੰਦਾ, ਜਿਹਦੀ ਪਹਿਚਾਣ ਮੈਨਚੈਸਟਰ ਦੇ ਨਾਂ ਤੇ ਹੈ, ਉਹਦੀ ਉਹਨਾਂ ਨੇ ਲੰਮਾ ਸਮਾਂ ਸੇਵਾ ਕੀਤੀ ਹੈ। 26-27 ਸਾਲ ਉਹ ਕਾਉਂਸਲਰ ਦੇ ਰੂਪ 'ਚ, ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ MD ਦੇ ਰੂਪ 'ਚ, ਮੇਅਰ ਦੇ ਰੂਪ 'ਚ, ਔਰ ਉਹਨਾਂ ਨੇ ਲੋਕਾਂ ਦਾ ਪਿਆਰ ਔਰ ਵਿਸ਼ਵਾਸ ਜਿੱਤਿਆ। ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਬਹੁਤ ਪਰਿਵਾਰਕ ਪਿਛੋਕੜ ਰਿਸ਼ਤੇ ਵਾਲੇ, ਨਿਭਾਉਣ ਵਾਲੇ, ਪਰਿਵਾਰਕ ਰਿਸ਼ਤਾ ਨਿਭਾਉਣ ਵਾਲੇ ਔਰ ਵਫਾਦਾਰ ਪਾਰਟੀ ਦੇ ਰਹਿਣ ਵਾਲੇ ਅੱਜ ਐਡੇ ਵੱਡੇ ਆਗੂ ਦਾ ਇਸ ਸੰਸਾਰ ਤੋਂ ਚਲੇ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਗੁਰੂ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਗੁਰੂ ਕਿਰਪਾ ਕਰਨ ਕਿ ਉਹਨਾਂ ਦੇ ਸੁਪੁੱਤਰ ਸਾ ਜਸਪਾਲ ਸਿੰਘ ਜੀ, ਸਾ ਗੁਰਮੁਖ ਸਿੰਘ ਜੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਆਪਣੇ ਪਰਿਵਾਰ ਦਾ ਨਾਂ ਵੀ ਰੌਸ਼ਨ ਕਰਨ ਔਰ ਪਾਰਟੀ 'ਚ ਵਫਾਦਾਰੀ ਨਾਲ ਕੰਮ ਕਰਨ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਲੁਧਿਆਣਾ ਵਿਖੇ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ, ਸਿੱਧੀ ਅਦਾਇਗੀ ਦੇ ਨਿਯਮ ਦਾ ਕੀਤਾ ਵਿਰੋਧ। ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦੇ ਅੰਤਿਮ ਪਾਠ 'ਚ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਮੀਡੀਆ ਨਾਲ ਕੀਤੀ ਗੱਲਬਾਤ। ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ 'ਚ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ। ਗੱਡੀਆਂ ਖੜੇ ਕਰਨ ਵਾਲੀ ਥਾਂ ਤੇ ਕੂੜੇ ਨੂੰ ਲਾਇਆ, 2 ਗੱਡੀਆਂ ਦਾ ਹੋਇਆ ਵੱਡਾ ਨੁਕਸਾਨ। ਲੁਧਿਆਣਾ ਵਿਖੇ ਨਵੇਂ ਸੈਸ਼ਨ ਤੋਂ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ। ਪ੍ਰਸ਼ਾਸਨ ਤੇ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੇ ਲਾਏ ਇਲਜ਼ਾਮ, ਕਿਹਾ ਸਰਕਾਰ ਬੱਚਿਆਂ ਦੀ ਜ਼ਿੰਦਗੀ ਨਾਲ ਕਰ ਰਹੀ ਖਿਲਵਾੜ। ਰਾਏਕੋਟ ਦੇ ਪਿੰਡ 'ਚ ਕੁਸ਼ਤੀ ਮੁਕਾਬਲੇ ਦਾ ਆਯੋਜਨ, ਪਹਿਲਵਾਨਾਂ ਨੇ ਦਿਖਾਇਆ ਆਪਣਾ ਦਮਖਮ। ਵੱਡੀ ਗਿਣਤੀ 'ਚ ਨਾਮਵਰ ਪਹਿਲਵਾਨਾਂ ਨੇ ਕੀਤੀ ਸ਼ਿਰਕਤ, ਸਿਆਸੀ ਆਗੂ ਵੀ ਰਹੇ ਮੌਜੂਦ। ਸ਼ੀਤਲਾ ਮਾਤਾ ਮੰਦਿਰ 'ਚ ਚੇਤ ਮੇਲੇ ਦਾ ਆਯੋਜਨ, ਬਹੁ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ। ਸ਼ਰਧਾਲੂਆਂ ਨੇ ਚੜਾਇਆ ਰੋਡ ਤੇ ਕੱਚੀ ਲੱਸੀ ਦਾ ਪ੍ਰਸ਼ਾਦ। ਫਿਲਹਾਲ ਲੁਧਿਆਣਾ ਖਬਰਨਾਮਾ ਚੈਨਲ ਹੀ ਮੈਨੂੰ ਦਿਓ ਇਜਾਜ਼ਤ। ਧੰਨਵਾਦ।